ਅੰਮ੍ਰਿਤ ਬਾਣੀ ਹਰ ਹਰ ਤੇਰੀ। ਸੁਣ ਸੁਣ ਹੋਵੇ ਪਰਮ ਗਤ ਮੇਰੀ। ਜਲ ਨ ਬੁਝੀ ਸ਼ੀਤਲ ਹੋਏ ਮਨੁਆ। ਸਤਿਗੁਰ ਕਾ ਦਰਸ਼ਨ ਪਾਏ ਜੀਓ। ਅੰਮ੍ਰਿਤ ਨਾਮ ਪਰਮੇਸ਼ੁਰ ਤੇਰਾ। ਜੋ ਸਿਮਰੈ ਸੋ ਜੀਵੈ। ਜਿਸਨੋ ਕਰਮ ਪ੍ਰਾਪਤ ਹੋਵੈ ਸੋ ਜਨ ਨਿਰਮਲ ਥੀਵੈ। ਧੰਨ ਵਾਹਿਗੁਰੂ ਸਾਹਿਬ ਜੀ। ਫਰੀਦਾ ਸ਼ੱਕਰ ਖੰਡ ਨਿਵਾਤ ਗੁੜ। ਮਾਖਿਓ ਮਾਝਾ ਦੁੱਧ। ਸਭੈ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁਧ। ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁਧ। ਪਰਮ ਸਨਮਾਨਯੋਗ ਦੀਨ ਦੁਨੀ ਦੇ ਮਾਲਕ, ਸਮੁੱਚੀ ਕਾਇਨਾਤ ਦੇ ਰਾਹਬਰ, ਹਲਤ ਪਲਤ ਸਵਾਰ ਦੇਣ ਵਾਲੇ ਗੁਰੂ ਗਰੀਬ ਨਵਾਜ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ, ਤਿਨਾਂ ਦੇ ਮੁਬਾਰਕ ਕਰ ਕਮਲਾਂ ਅੰਦਰ ਸੱਜ ਬੈਠੇ ਗੁਰੂ ਕੇ ਪਿਆਰੇ ਗੁਰੂ ਸਵਾਰੇ, ਅਤੀ ਸਤਿਕਾਰਯੋਗ ਸਤ ਸੰਗੀ ਜਨੋ, ਅਕਾਲ ਪੁਰਖ ਵਾਹਿਗੁਰੂ ਜੀ ਨੇ ਅਪਾਰ ਬਖਸ਼ਿਸ਼ ਕਿਰਪਾ ਕੀਤੀ ਹੈ। ਸਤ ਸੰਗਤ ਦੀਆਂ ਘੜੀਆਂ ਸੁਭਾਗ ਹੋਈਆਂ ਹਨ। ਆਓ ਜਿਤਨੇ ਵੀ ਮਾਈ ਭਾਈ ਜਨ ਗੁਰੂ ਚਰਨਾਂ ਵਿੱਚ ਜੁੜ ਕੇ ਬੈਠੇ ਹੋ, ਪਾਵਨ ਗੁਰਬਾਣੀ ਦੀ ਵਿਚਾਰ ਦੇ ਨਾਲ ਆਪਣੀਆਂ ਸੁਰਤੀਆਂ ਨੂੰ ਇਕਾਗਰ ਕਰਨ ਦਾ ਯਤਨ ਕਰੀਏ। ਗੁਰੂ ਸ਼ਬਦ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਸਰਬੱਤ ਮਾਈ ਭਾਈ ਗੁਰੂ ਫਤਿਹ ਨਾਲ ਸਾਂਝ ਕਰੋ। ਕੋਈ ਵੀ ਰਸਨਾ ਗੁਰੂ ਫਤਿਹ ਤੋਂ ਵਾਂਝੀ ਨਾ ਰਹੇ। ਇੱਕੋ ਵਾਰੀ ਕਹਿਣ ਤੇ ਸਰਬੱਤ ਸੰਗਤ ਗੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਾਵਨ ਸ਼ਲੋਕ ਜੋ ਆਪ ਜੀ ਨੇ ਸ਼ਰਵਣ ਕੀਤਾ ਹੈ, ਭਗਤ ਸ਼ੇਖ ਫਰੀਦ ਸਾਹਿਬ ਜੀ ਦੀ ਰਸਨਾ ਦੇ ਦੁਆਰਾ ਉਚਾਰਨ ਕੀਤੇ ਇਹ ਪਾਵਨ ਬਚਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਕ 1379 ਦੇ ਉੱਪਰ ਸੁਭਾਏਮਾਨ ਹਨ ਅਤੇ ਭਗਤ ਫਰੀਦ ਸਾਹਿਬ ਜੀ ਦੇ ਲੜੀਵਾਰ ਸ਼ਲੋਕਾਂ ਦੇ ਵਿੱਚੋਂ 27 ਨੰਬਰ ਸ਼ਲੋਕ ਜੋ ਪਾਠ ਰੂਪ ਵਿੱਚ ਆਪ ਸਰਬੱਤ ਸੰਗਤਾਂ ਨੇ ਸ਼ਰਵਣ ਕੀਤਾ ਹੈ। ਫਰੀਦਾ ਸ਼ੱਕਰ ਖੰਡ ਨਿਵਾਤ ਗੁੜ। ਮਾਖਿਓ ਮਾਝਾ ਦੁੱਧ।
ਸਭੈ ਵਸਤੂ ਮਿੱਠੀਆਂ ਰੱਬ ਨਾ ਪੂਜਣ ਤੁਧ। ਪ੍ਰਕਿਰਤੀ ਦਾ ਇੱਕ ਨਿਯਮ ਹੈ ਜਿਸ ਦੇ ਵਿੱਚ ਬਹੁਤ ਸਾਰਾ ਕੁਝ ਮਿਠਾਸ ਵਾਲਾ ਪੈਦਾ ਹੁੰਦਾ ਹੈ ਤੇ ਬਹੁਤ ਕੁਝ ਕੁੜੱਤਣ ਵਾਲਾ ਪੈਦਾ ਹੋ ਰਿਹਾ ਹੈ। ਮਿਠਾਸ ਵਾਲੀਆਂ ਚੀਜ਼ਾਂ ਨੂੰ ਬੰਦਾ ਤਰਜੀਹ ਦਿੰਦਾ ਹੈ, ਪਰ ਕੁੜੱਤਣ ਤੋਂ ਕਈ ਵਾਰ ਦੂਰੀ ਬਣਾ ਲੈਂਦਾ ਹੈ, ਕੋਹਾਂ ਦੂਰ ਹੋ ਜਾਂਦਾ ਹੈ। ਜਦੋਂ ਅਸੀਂ ਸਰੀਰਕ ਤੌਰ 'ਤੇ ਆਪਣੀ ਭੁੱਖ ਮਿਟਾਉਣੀ ਹੁੰਦੀ ਹੈ, ਭਾਵੇਂ ਕਿ ਪੇਟ ਦੀ ਪੂਰਤੀ ਨੇ ਕਦੀ ਸਵਾਦਿਸ਼ਟ ਭੋਜਨ ਨਹੀਂ ਵੇਖਿਆ, ਪੇਟ ਦੀ ਜਿਹੜੀ ਭੁੱਖ ਹੈ ਉਹ ਕਦੇ ਵੀ ਭੋਜਨ ਦੇ ਵਿੱਚ ਨੁਕਸ ਨਹੀਂ ਕੱਢਦੀ, ਕਿਉਂਕਿ ਉਸ ਵਕਤ ਨਿਸ਼ਾਨਾ ਹੁੰਦਾ ਹੈ ਭੁੱਖ ਨੂੰ ਪੂਰਾ ਕੀਤਾ ਜਾਵੇ, ਜਿਹੜੀ ਪੇਟ ਦੀ ਅੱਗ ਹੈ ਉਹਨੂੰ ਬੁਝਾਇਆ ਜਾਵੇ। ਪਰ ਕਈ ਵਾਰ ਇਉਂ ਵੀ ਹੁੰਦਾ ਵਾ ਵੀ ਜਦੋਂ ਅਸੀਂ ਭੋਜਨ ਛਕਦੇ ਹਾਂ, ਭੋਜਨ ਦੇ ਵਿੱਚੋਂ ਅਸੀਂ ਰਸ ਲੈਂਦੇ ਹਾਂ, ਅਸੀਂ ਉਹਦਾ ਟੇਸਟ ਦੇਖਦੇ ਹਾਂ ਵੀ ਇਹਦਾ ਟੇਸਟ ਕਿਹੋ ਜਿਹਾ, ਇਹਦਾ ਸਵਾਦ ਰਸ ਕਿਹੋ ਜਿਹਾ ਹੈ। ਜੇ ਕਿਧਰੇ ਥੋੜ੍ਹਾ ਬਹੁਤ ਵੀ ਸਵਾਦ ਭੋਜਨ ਦਾ ਬਦਲਿਆ ਹੋਵੇ ਤਾਂ ਅਸੀਂ ਉਸ ਭੋਜਨ ਨੂੰ ਪ੍ਰਵਾਨ ਨਹੀਂ ਕਰਦੇ। ਦੁਨੀਆ ਦੇ ਅੰਦਰ ਹਰ ਉਹ ਮਿੱਠੀ ਵਸਤੂ, ਹਰ ਉਹ ਮਿੱਠਾ ਪਦਾਰਥ ਜਿਹੜਾ ਖਾਣ ਵਾਲਾ ਹੈ, ਉਹਨੂੰ ਹਰ ਦੁਨੀਆ ਦਾ ਮਨੁੱਖ ਲਾਇਕ ਕਰਦਾ ਹੈ। ਦੁਨੀਆ ਦਾ ਹਰ ਵਿਅਕਤੀ ਮਿੱਠੀ ਵਸਤੂ ਨੂੰ ਬਹੁਤ ਪਿਆਰ ਕਰਦਾ ਹੈ ਔਰ ਚਾਹੁੰਦਾ ਹੈ ਕਿ ਬਾਰ-ਬਾਰ ਉਹਨੂੰ ਆਪਣੀ ਜ਼ੁਬਾਨ 'ਤੇ ਰੱਖ ਕੇ ਉਹਦਾ ਰਸ ਮਾਣਿਆ ਜਾਵੇ। ਅਜਿਹੀਆਂ ਕੁਝ ਕੁ ਵਸਤੂਆਂ ਦਾ ਉਦਾਹਰਨ ਰੂਪ ਦੇ ਵਿੱਚ ਭਗਤ ਫਰੀਦ ਸਾਹਿਬ ਜੀ ਨੇ ਜ਼ਿਕਰ ਕੀਤਾ ਹੈ। ਸ਼ੱਕਰ ਵੀ ਮਿੱਠੀ ਹੈ, ਗੁੜ ਵੀ ਮਿੱਠਾ ਹੈ, ਮਿਸ਼ਰੀ ਵੀ ਮਿੱਠੀ ਹੈ ਤੇ ਖੰਡ ਵੀ ਮਿੱਠੀ ਹੈ। ਇਹਨਾਂ ਸਾਰਿਆਂ ਦੀ ਆਪਣੀ ਆਪਣੀ ਕੁਆਲਿਟੀ ਹੈ ਮਿਠਾਸ ਦੀ। ਹੋ ਸਕਦਾ ਕਿਸੇ ਦੇ ਵਿੱਚ ਮਿਠਾਸ ਥੋੜ੍ਹੀ ਘੱਟ ਹੋਵੇ, ਕਿਸੇ ਵਿੱਚ ਵੱਧ ਹੋਵੇ, ਪਰ ਹੈ ਮਿਠਾਸ ਹੈ। ਫਰੀਦ ਸਾਹਿਬ ਨੇ ਇਹਨਾਂ ਕੁਝ ਕੁ ਪਦਾਰਥਾਂ ਦਾ ਜ਼ਿਕਰ ਕੀਤਾ ਹੈ ਜਿਹੜੀਆਂ ਖਾਣ ਵਾਲੀਆਂ ਵਸਤੂਆਂ ਨੇ। ਸ਼ੱਕਰ, ਖੰਡ, ਨਿਵਾਤ, ਗੁੜ, ਮਾਖਿਓ, ਮਾਝਾ ਦੁੱਧ। ਇੱਥੋਂ ਤੱਕ ਕਿ ਜਿਹੜਾ ਸਾਡੀ ਨਿੱਤਾ ਪ੍ਰਤੀ ਦੀ ਲੋੜ ਹੈ, ਹਰ ਰੋਜ਼ ਅਸੀਂ ਆਪਣੀ ਲੋੜ ਦੀ ਪੂਰਤੀ ਕਰਦੇ ਹਾਂ ਦੁੱਧ ਦੇ ਨਾਲ, ਉਹਦਾ ਵੀ ਜ਼ਿਕਰ ਕੀਤਾ ਵੀ ਉਹਦੀ ਆਪਣੀ ਮਿਠਾਸ ਹੈ। ਦੁੱਧ ਦੀ ਆਪਣੀ ਕੁਆਲਿਟੀ ਹੈ, ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਨੇ ਦੁੱਧ ਦੀ ਮਿਠਾਸ ਦਾ ਵੀ ਜ਼ਿਕਰ ਕਰ ਦਿੱਤਾ ਹੈ। ਅਕਸਰ ਹੀ ਸੂਝਵਾਨ ਤੇ ਸਿਆਣੇ ਲੋਕ ਇਉਂ ਆਖਦੇ ਨੇ ਕਿ ਦੁੱਧ ਤਾਂ ਨੈਚੁਰਲੀ ਪੀਣਾ ਚਾਹੀਦਾ ਹੈ, ਦੁੱਧ ਵਿੱਚ ਮਿੱਠਾ ਨਹੀਂ ਪਾਉਣਾ ਚਾਹੀਦਾ, ਕਿਉਂਕਿ ਦੁੱਧ ਦੇ ਆਪਣੇ ਮਿੱਠੇ ਦੀ ਬਹੁਤ ਮਾਤਰਾ ਹੁੰਦੀ ਹੈ, ਉਹਦੀ ਆਪਣੀ ਮਿਠਾਸ, ਆਪਣਾ ਟੇਸਟ। ਦੁੱਧ ਦਾ ਆਪਣਾ ਹੀ ਇੱਕ ਅਲੱਗ ਤਰ੍ਹਾਂ ਦਾ ਰਸ ਹੁੰਦਾ ਹੈ। ਜਦੋਂ ਤੁਸੀਂ ਉਹਦੇ ਕੁਦਰਤੀਪਣ ਨੂੰ ਖਰਾਬ ਕਰਦੇ ਹੋ ਤੇ ਉਹਦੇ ਵਿੱਚ ਥੋੜ੍ਹਾ ਜਿਹਾ ਮਿੱਠਾ ਪਾ ਦਿੰਦੇ ਹੋ ਜਾਂ ਕੋਈ ਹੋਰ ਚੀਜ਼ ਪਾ ਦਿੰਦੇ ਹੋ ਤੇ ਉਹਦਾ ਆਪਣਾ ਰੂਪ ਜਿਹੜਾ ਮਿਠਾਸ ਵਾਲਾ ਉਹ ਬਦਲ ਜਾਂਦਾ ਹੈ। ਅਕਸਰ ਲੋਕ ਜਿਹੜੇ ਕਹਿੰਦੇ ਸਾਨੂੰ ਦੁੱਧ ਦਾ ਰਸ ਨਹੀਂ, ਉਹਦਾ ਟੇਸਟ ਨਹੀਂ ਠੀਕ ਲੱਗਦਾ, ਉਹ ਕਈ ਤਰ੍ਹਾਂ ਦੇ ਫਲੇਵਰ ਪਾ ਕੇ ਦੁੱਧ ਵਿੱਚ ਪੀਂਦੇ ਨੇ। ਗਰੀਬ ਨਵਾਜ਼ ਸੱਚਾ ਪਾਤਸ਼ਾਹ ਮਹਾਰਾਜ ਨੇ ਦੁੱਧ ਦੀ ਮਿਠਾਸ ਦਾ ਵੀ ਜ਼ਿਕਰ ਕੀਤਾ ਹੈ, ਖੰਡ ਦੀ ਮਿਠਾਸ ਦਾ ਵੀ, ਸ਼ੱਕਰ, ਮਿਸ਼ਰੀ ਅਤੇ ਗੁੜ। ਇਹਨਾਂ ਸਾਰੀਆਂ ਵਸਤੂਆਂ, ਸਾਰੇ ਪਦਾਰਥਾਂ ਦੀ ਜਿਹੜੀ ਮਿਠਾਸ ਹੈ ਉਹਨੂੰ ਨਿੰਦਿਆ ਨਹੀਂ ਹੈ, ਉਹਨੂੰ ਕੰਡਮ ਨਹੀਂ ਕੀਤਾ, ਉਹਨੂੰ ਇਹ ਆਖਿਆ ਇਹਨਾਂ ਵਿੱਚ ਮਿਠਾਸ ਜ਼ਰੂਰ ਹੈ। ਪਰ ਇੱਕ ਮਿਠਾਸ ਉਸ ਦਾ ਜ਼ਿਕਰ ਕੀਤਾ ਹੈ ਜਿਹੜੀ ਮਿਠਾਸ ਇੱਕ ਵਾਰ ਮਨੁੱਖ ਦੇ ਜੀਵਨ ਵਿੱਚ ਆ ਜਾਵੇ ਤੇ ਉਹ ਸਦਾ ਲਈ ਮਿਠਾਸ ਵੰਡਣ ਦੇ ਯੋਗ ਬਣ ਜਾਂਦਾ ਹੈ।
ਮਨੁੱਖ ਦੇ ਘਰ ਵਿੱਚ ਜਿਹੋ ਜਿਹੀ ਵਸਤੂ ਹੋਵੇ ਉਹੋ ਜਿਹੀਆਂ ਉਹਦੇ ਤੋਂ ਲੋੜਾਂ ਦੀ ਪੂਰਤੀ ਕਰਦਾ ਹੈ। ਇਸ ਲਈ ਬਾਣੀ ਅੰਦਰ ਜ਼ੋਰ ਦਿੱਤਾ ਗਿਆ ਵੀ ਤੇਰੇ ਸੁਰਤ ਮੰਡਲ ਦੇ ਵਿੱਚ, ਸੋਚ ਮੰਡਲ ਦੇ ਵਿੱਚ ਮਿਠਾਸ ਹੋਵੇਗੀ ਤੇ ਜ਼ੁਬਾਨ ਦੂਜਿਆਂ ਨੂੰ ਭਰ ਭਰ ਕੇ ਬੁੱਕ ਮਿਠਾਸ ਦੇ ਵੰਡੇਗੀ। ਜੇ ਸੁਰਤ ਦੇ ਵਿੱਚ ਕੁੜੱਤਣ ਹੈ ਤੇ ਜ਼ੁਬਾਨ ਤਾਂ ਇੱਕ ਜ਼ਰੀਆ ਹੈ, ਮਾਧਿਅਮ ਹੈ, ਜ਼ੁਬਾਨ ਦੇ ਰਾਹੀਂ ਤਾਂ ਤੂੰ ਕੁੜੱਤਣ ਹੀ ਵੰਡੇਗਾ, ਕੌੜੇ ਬੋਲ ਵੰਡੇਗਾ, ਮਾੜੀ ਭਾਸ਼ਾ ਤੇ ਸ਼ਬਦਾਵਲੀ ਦਾ ਪ੍ਰਯੋਗ ਕਰੇਗਾ, ਕਿਉਂਕਿ ਤੇਰੀ ਸੁਰਤ ਵਿੱਚ ਅਜਿਹਾ ਕੁਝ ਹੈ। ਜੋ ਤੇਰੇ ਭਾਂਡੇ ਵਿੱਚ ਹੈ, ਜੋ ਤੇਰੇ ਬਰਤਨ ਵਿੱਚ ਹੈ, ਜੋ ਤੂੰ ਖਾ ਰਿਹਾ ਹੈ, ਉਹਦੇ ਬਾਰੇ ਦੂਜੇ ਨੂੰ ਕਹੇਗਾ ਵੀ ਆਓ ਭਾਈ ਤੁਸੀਂ ਵੀ ਛਕੋ। ਜੇ ਤੇਰੇ ਘਰ ਵਿੱਚ ਸੋਹਣਾ ਕੋਈ ਪਦਾਰਥ ਬਣਿਆ ਹੈ ਤੇ ਪਦਾਰਥ ਛਕਦੇ ਸਮੇਂ ਕੋਈ ਰਿਸ਼ਤੇਦਾਰ ਮਹਿਮਾਨ ਆ ਜਾਵੇ, ਮਹਿਮਾਨ ਨਵਾਜ਼ੀ ਕਰਦਿਆਂ ਤੂੰ ਉਹਨੂੰ ਵੀ ਆਖੇਂਗਾ ਵੀ ਆਓ ਭਾਈ ਬੈਠੋ ਛਕੋ, ਕਿਉਂਕਿ ਜਿਹੜੀ ਵਸਤੂ ਤੇਰੇ ਭਾਂਡੇ ਵਿੱਚ ਮੌਜੂਦ ਸੀ ਉਹਦੇ ਬਾਰੇ ਦੂਜੇ ਨੂੰ ਵੀ ਛਕਣ ਦੀ ਪ੍ਰੇਰਨਾ ਕਰੇਗਾ। ਜੇ ਤੇਰੇ ਭਾਂਡੇ ਵਿੱਚ ਕੁਝ ਹੋਵੇਗਾ ਹੀ ਨਹੀਂ ਤੇ ਫਿਰ ਕਿਸੇ ਨੂੰ ਪ੍ਰੇਰਨਾ ਕੀ ਕਰੇਗਾ। ਜੇ ਤੇਰੇ ਭਾਂਡੇ ਵਿੱਚ ਸੁੱਕੇ ਟੁੱਕੜ ਹੋਣਗੇ, ਬੇਈ ਤਬੇਈ ਰੋਟੀ ਤੇ ਪ੍ਰਸ਼ਾਦਾ ਹੋਵੇਗਾ, ਤਾਂ ਵੀ ਤਾਂ ਤੂੰ ਇਹੋ ਹੀ ਕਹੇਂਗਾ ਵੀ ਭਾਈ ਜੋ ਮੈਂ ਛਕ ਰਿਹਾ ਆਓ ਤੁਸੀਂ ਵੀ ਉਹ ਛਕ ਲਵੋ। ਜੇ ਸੁਰਤ ਦੇ ਵਿੱਚ, ਸੋਚ ਮੰਡਲ ਦੇ ਵਿੱਚ ਮਿਠਾਸ ਹੋਵੇਗੀ ਤੇ ਨੇੜੇ ਬੈਠਣ ਵਾਲਿਆਂ ਨੂੰ ਵੀ ਅਸੀਂ ਇਹੋ ਹੀ ਆਖਾਂਗੇ ਭਾਈ ਆਓ ਤੁਸੀਂ ਵੀ ਇਹੋ ਜਿਹੀ ਮਿਠਾਸ ਗੁਰੂ ਕੋਲੋਂ ਪ੍ਰਾਪਤ ਕਰੋ। ਜੇ ਸਾਡੀ ਸੁਰਤ ਦਾ ਭਾਂਡਾ ਹੀ ਖਾਲੀ ਖੜਕ ਰਿਹਾ ਹੋਵੇਗਾ ਤੇ ਦੂਜੇ ਨੂੰ ਕੀ ਪ੍ਰੇਰਨਾ ਦੇਵਾਂਗੇ। ਜਾਂ ਫਿਰ ਸਾਡੀ ਸੁਰਤ ਦੇ ਵਿੱਚ, ਜਿਵੇਂ ਮੈਂ ਅਰਜ਼ ਕੀਤੀ ਸੀ ਕਿ ਸਾਡੇ ਬਰਤਨ ਵਿੱਚ ਬੇਹਾ ਭੋਜਨ ਪਿਆ ਹੋਵੇ, 2-4 ਦਿਨ ਦੀ ਪੁਰਾਣੀ ਦਾਲ ਜਿਹਦੇ ਵਿੱਚੋਂ ਸਮੈਲ ਆਉਂਦੀ ਹੋਵੇ, ਪੁਰਾਣੇ ਟੁੱਕੜ ਪਏ ਹੋਣ, ਪ੍ਰਸ਼ਾਦੇ ਪਏ ਹੋਣ ਜਿਹੜੇ ਸੁੱਕ ਕੇ ਕੜੁੱਕ ਹੋਏ ਹੋਣ, ਉਹ ਅਸੀਂ ਆਪਣੇ ਬਰਤਨ ਵਿੱਚ ਪਾ ਕੇ ਰੱਖੇ ਹੋਣ ਤੇ ਖਾਣ ਦੀ ਤਿਆਰੀ ਵਿੱਚ ਹੋਈਏ, ਕੋਈ ਮਹਿਮਾਨ ਆ ਜਾਵੇ, ਉਹ ਆਵੇ ਤੇ ਅਸੀਂ ਉਹਨੂੰ ਵੀ ਆਖਾਂਗੇ ਵੀ ਭਾਈ ਜੋ ਸਾਡੇ ਕੋਲ ਉਹੀ ਹੀ ਤੈਨੂੰ ਪੇਸ਼ ਕਰ ਸਕਦੇ ਹਾਂ, ਹੋਰ ਤਾਂ ਸਾਡੇ ਕੋਲ ਕੁਝ ਨਹੀਂ। ਇਸ ਗੱਲ ਦਾ ਜਿਹੜਾ ਭਾਵ ਅਰਥ ਹੈ ਵੀ ਜੋ ਸਾਡੇ ਕੋਲ ਹੈ ਅਸੀਂ ਉਹ ਦੂਜਿਆਂ ਨੂੰ ਵੀ ਉਹੀ ਉਹ ਦਿੰਦੇ ਹਾਂ। ਸਾਡੇ ਕੋਲ ਚੰਗੀ ਚੀਜ਼ ਹੋਵੇਗੀ ਉਹੀ ਉਹ ਵੰਡਾਂਗੇ, ਮਾੜੀ ਹੋਵੇਗੀ ਆਪਣੀ ਭਾਸ਼ਾ, ਆਪਣੇ ਸ਼ਬਦਾਂ, ਆਪਣੇ ਬੋਲਾਂ, ਆਪਣੇ ਇਖਲਾਕ ਤੇ ਕਿਰਦਾਰ ਦੇ ਰਾਹੀਂ ਦਿਖਾਵਾ ਕਰਕੇ ਉਹੀ ਉਹ ਦੂਜਿਆਂ ਨੂੰ ਵੰਡਦੇ ਜਾ ਰਹੇ ਹਾਂ। ਅਸੀਂ ਸਮਾਜ ਨੂੰ ਸੋਹਣਾ ਬਣਾਉਣ ਵਾਸਤੇ ਮਨੁੱਖ ਦਾ ਇੱਕ ਬੜਾ ਵੱਡਾ ਯੋਗਦਾਨ ਹੁੰਦਾ ਹੈ। ਹਰ ਇੱਕ ਮਨੁੱਖ, ਜਿਵੇਂ ਆਪਾਂ ਦੇਖਦੇ ਹਾਂ ਨਾ ਵੀ ਪੰਛੀ ਇੱਕ ਇੱਕ ਤੀਲਾ ਚੁੱਕਦੇ ਨੇ, ਉਹ ਤੀਲਾ ਇਕੱਤਰ ਕਰਕੇ ਤੇ ਇੱਕ ਆਪਣਾ ਸੋਹਣਾ ਘਰ ਤਿਆਰ ਕਰ ਲੈਂਦੇ ਨੇ, ਆਲਣਾ ਤਿਆਰ ਕਰ ਲੈਂਦੇ ਨੇ। ਮਨੁੱਖ ਤੂੰ ਆਮ ਨਿਤਾ ਪ੍ਰਤੀ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਇੱਕ ਇੱਕ ਗੁਣ ਤੂੰ ਰੋਜ਼ ਦਾ ਇਕੱਤਰ ਕਰਨ ਲੱਗੇ ਤੇ ਤੇਰਾ ਜ਼ਿੰਦਗੀ ਰੂਪ ਆਲਣਾ ਤਿਆਰ ਹੋ ਸਕਦਾ, ਜਿਹਦੇ ਵਿੱਚ ਤੇਰਾ ਰਹਿਣਾ ਸੌਖਾ ਹੋ ਜਾਵੇਗਾ, ਜਿਹਦੇ ਵਿੱਚ ਤੇਰਾ ਰਹਿਣਾ ਔਖਾ ਨਹੀਂ, ਮੁਸ਼ਕਲਾਂ, ਦੁੱਖਾਂ, ਤਕਲੀਫਾਂ ਤੋਂ ਤੈਨੂੰ ਛੁਟਕਾਰਾ ਮਿਲੇਗਾ। ਹਨੇਰੀਆਂ, ਝੱਖੜ, ਮੀਂਹ, ਬਾਰਿਸ਼ਾਂ ਤੇਰਾ ਕੁਝ ਵਿਗਾੜ ਨਹੀਂ ਸਕਣਗੀਆਂ, ਕਿਉਂਕਿ ਤੂੰ ਆਪਣਾ ਘਰ ਤਿਆਰ ਕਰਕੇ ਬੈਠਾ ਹੈ। ਬਸ਼ਰਤ ਹੈ ਵੀ ਤੈਨੂੰ ਰੋਜ਼ ਮਿਹਨਤ ਕਰਨੀ ਪਵੇਗੀ। ਜਿਵੇਂ ਪੰਛੀ ਤੀਲਾ ਇਕੱਤਰ ਕਰਕੇ ਆਪਣਾ ਘਰ ਤਿਆਰ ਕਰਦਾ ਹੈ, ਇਸੇ ਤਰ੍ਹਾਂ ਹਰ ਰੋਜ਼ ਤੂੰ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਇੱਕ ਇੱਕ ਗੁਣ ਇਕੱਠਾ ਕਰ, ਇੱਕ ਇੱਕ ਗੁਣ ਇਕੱਤਰ ਕਰਕੇ ਆਪਣਾ ਜ਼ਿੰਦਗੀ ਰੂਪ ਘਰ ਤਿਆਰ ਕਰ। ਅਸਲੀ ਘਰ ਕਿਹਨੂੰ ਕਹਿੰਦੇ ਨੇ? ਸੁਹਾਵਣੀ ਜ਼ਿੰਦਗੀ ਨੂੰ। ਤੇ ਜ਼ਿੰਦਗੀ ਸੁਹਾਵਣੀ ਬਣਾਉਣ ਦੇ ਲਈ ਸਮਾਜ ਦਾ ਹਰ ਇੱਕ ਮਨੁੱਖ ਜ਼ਿੰਮੇਵਾਰ ਹੈ, ਸਮਾਜ ਨੂੰ ਸੋਹਣਾ ਬਣਾਉਣ ਦੇ ਲਈ ਤੇ ਮਾੜਾ ਬਣਾਉਣ ਦੇ ਲਈ। ਜੇ ਸਮਾਜ ਮਾੜਾ ਬਣ ਗਿਆ ਹੈ ਨਾ, ਇਹਦੇ ਲਈ ਹਰ ਮਨੁੱਖ ਜ਼ਿੰਮੇਵਾਰ ਹੈ, ਕੋਈ ਇੱਕ ਵਿਅਕਤੀ ਜ਼ਿੰਮੇਵਾਰ ਨਹੀਂ ਹੁੰਦਾ। ਤੇ ਜੇ ਸਮਾਜ ਦਾ ਸੁਹੱਪਣ ਦਿਸ ਰਿਹਾ ਹੈ, ਸਮਾਜ ਦੀ ਤਰੱਕੀ ਦਿਸਦੀ ਹੈ, ਉਹਦੇ ਵਿੱਚ ਵੀ ਹਰ ਬੰਦੇ ਦਾ ਯੋਗਦਾਨ ਹੈ ਕਿਤੇ ਨਾ ਕਿਤੇ। ਵਿਕਸਿਤ ਮੁਲਕਾਂ ਦੇ ਵਿੱਚ ਹਰ ਬੰਦਾ ਇਮਾਨਦਾਰੀ ਦੇ ਨਾਲ ਟੈਕਸ ਭਰਦਾ ਹੈ, ਕਿਉਂਕਿ ਗੌਰਮੈਂਟ ਦਾ ਸਕੰਜਾ ਵੀ ਇਦਾਂ ਦਾ ਹੈ, ਇਮਾਨਦਾਰੀ ਨਾਲ ਨਾ ਵੀ ਭਰੇ ਤੇ ਉਹਨੂੰ ਭਰਨਾ ਹੀ ਪਵੇਗਾ, ਕਿਉਂਕਿ ਗੌਰਮੈਂਟ ਆਪਣਾ ਟੈਕਸ ਕੱਟ ਕੇ ਤੇ ਫੇਰ ਉਹਦੇ ਹੱਥ ਤੇ ਕੋਈ ਵਸਤੂ ਰੱਖਦੀ ਹੈ।
ਵਿਕਸਿਤ ਮੁਲਕਾਂ ਦੇ ਵਿੱਚ ਇਦਾਂ ਦਾ ਕੁਝ ਹੁੰਦਾ ਹੈ ਕਿ ਟੈਕਸ ਕੱਟਣ ਤੋਂ ਬਾਅਦ ਹੀ ਸਾਨੂੰ ਉਸ ਚੀਜ਼ ਦੀ ਪ੍ਰਾਪਤੀ ਹੋਣੀ ਹੈ ਜਿਸ ਦੀ ਅਸੀਂ ਮਨਸ਼ਾ ਰੱਖ ਕੇ ਉਹਨੂੰ ਖਰੀਦਣ ਵਾਸਤੇ ਗਏ ਹਾਂ। ਹੁਣ ਥੋੜਾ ਥੋੜਾ ਟੈਕਸ ਹਰ ਬੰਦਾ ਕੋਈ ਚੀਜ਼ ਖਰੀਦਦਾ ਹੈ, ਆਪਣਾ ਟੈਕਸ ਆਪਣੀ ਕਮਾਈ ਦੇ ਵਿੱਚੋਂ ਥੋੜਾ ਥੋੜਾ ਹਿੱਸਾ ਗੌਰਮੈਂਟ ਦੇ ਖਾਤੇ ਵਿੱਚ ਪਾਈ ਜਾ ਰਿਹਾ, ਤੇ ਜਿੰਨਾ ਕੁ ਉਹ ਗੌਰਮੈਂਟ ਦੇ ਖਾਤੇ ਵਿੱਚ ਪਾ ਰਿਹਾ ਹੈ, ਆਪਣੇ ਦੇਸ਼ ਨੂੰ, ਆਪਣੇ ਮੁਲਕ ਨੂੰ ਉਹ ਵਿਕਸਿਤ ਕਰਨ ਵਾਸਤੇ ਆਪਣਾ ਯੋਗਦਾਨ ਪਾ ਰਿਹਾ, ਤੇ ਇੰਨਾ ਕੁ ਯੋਗਦਾਨ ਪਾ ਰਿਹਾ ਵੀ ਉਹਦੀਆਂ ਆਉਣ ਵਾਲੀਆਂ ਪੀੜ੍ਹੀਆਂ ਜਿਹੜੀਆਂ ਨੇ ਨਾ, ਉਹਦੀ ਕੀਤੀ ਹੋਈ ਕਮਾਈ ਦੇ ਪੈਸੇ ਵਿੱਚੋਂ ਜਿਹੜਾ ਟੈਕਸ ਗੌਰਮੈਂਟ ਦੇ ਖਾਤੇ ਵਿੱਚ ਗਿਆ ਹੈ, ਉਹਦੇ ਬੱਚੇ, ਉਹਦਾ ਪਰਿਵਾਰ, ਉਹਦਾ ਕੋੜਮਾ ਕਬੀਲਾ ਜਿੰਨਾ ਵੀ ਹੈ, ਸਾਂਝੇ ਰੂਪ ਦੇ ਵਿੱਚ ਜਿੰਨੇ ਮਿਹਨਤ ਮਸ਼ੱਕਤ ਕਰਨ ਵਾਲੇ ਲੋਕ ਨੇ, ਜੋ ਆਪਣੀ ਕਮਾਈ ਦਾ ਹਿੱਸਾ ਟੈਕਸ ਦੇ ਰੂਪ ਵਿੱਚ ਗੌਰਮੈਂਟ ਦੇ ਖਜ਼ਾਨੇ ਵਿੱਚ ਜਮ੍ਹਾਂ ਕਰਵਾ ਰਹੇ ਨੇ, ਤੇ ਸਹਿਜੇ ਉਹਨਾਂ ਦਾ ਜਿਹੜਾ ਆਉਣ ਵਾਲਾ ਭਵਿੱਖ ਹੈ, ਆਉਣ ਵਾਲਾ ਜਿਹੜਾ ਸਮਾਂ ਉਹ ਸੁਹਾਵਣਾ ਬਣਦਾ ਜਾ ਰਿਹਾ, ਕਿਉਂਕਿ ਗੌਰਮੈਂਟ ਉਹਦਾ ਰੈਕਡ ਚੈੱਕ ਕਰਦੀ ਹੈ, ਇਹ ਬੰਦਾ ਕਿੰਨੇ ਸਮੇਂ ਤੋਂ ਟੈਕਸ ਤਾਰ ਰਿਹਾ ਹੈ, ਇਹਨੂੰ ਮੈਡੀਕਲ ਸਹੂਲਤਾਂ ਦੇਣੀਆਂ ਨੇ, ਇਹਦੇ ਬੱਚਿਆਂ ਨੂੰ ਐਜੂਕੇਸ਼ਨ ਦੇਣੀ ਹੈ, ਇਹਨੂੰ ਹਰ ਤਰ੍ਹਾਂ ਦੀ ਸਹੂਲਤ ਦੇਣੀ ਹੈ, ਇਹਦੇ ਤੇ ਦੁੱਖ ਮੁਸ਼ਕਲ ਤਕਲੀਫ ਆਵੇ, ਮੇਰੇ ਦੇਸ਼ ਦਾ ਨਾਗਰਿਕ ਹੈ, ਕਿਉਂਕਿ ਇਹਨੇ ਦੇਸ਼ ਦੀ ਉਤਪਤੀ ਤੇ ਦੇਸ਼ ਦੀ ਵਿਕਾਸ ਸੀਮਾ ਨੂੰ ਜਿਹੜਾ ਇਹਨੇ ਉੱਪਰਲੀਆਂ ਦਰਾਂ ਤੱਕ ਲੈ ਕੇ ਗਿਆ, ਉੱਪਰਲੇ ਦਰ ਤੱਕ ਲੈ ਕੇ ਗਿਆ, ਇਹ ਬੰਦੇ ਦਾ ਬੜਾ ਵੱਡਾ ਯੋਗਦਾਨ ਰਿਹਾ ਹੈ। ਇਹ ਤਾਂ ਦੇਸ਼ ਨੂੰ ਵਿਕਸਿਤ ਕਰਨ ਦੇ ਲਈ ਇਹਨੇ ਰਾਤ ਦਿਨ ਇੱਕ ਕੀਤਾ ਹੈ, ਦੇਸ਼ ਲਈ ਮਿਹਨਤ ਕੀਤੀ ਹੈ, ਕਮਾਈ ਕੀਤੀ ਹੈ, ਘਾਲਣਾ ਕੀਤੀ ਹੈ ਵੀ ਸਾਡਾ ਦੇਸ਼ ਬੁਲੰਦੀਆਂ ਵੱਲ ਨੂੰ ਜਾਵੇ। ਸੱਚਮੁੱਚ ਦੇਸ਼ਾਂ ਦੇ ਵਿੱਚ ਹਰ ਇੱਕ ਨਾਗਰਿਕ ਉਹਨਾਂ ਦੀ ਵਿਕਸਿਤ ਅਤੇ ਉਹਨਾਂ ਦੀ ਉਚਾਈ ਦਰ ਨੂੰ ਜਾਣ ਦੇ ਲਈ, ਜਿਹੜੇ ਦੇਸ਼ ਉੱਚੀ ਦਰ ਨੂੰ ਜਾ ਰਹੇ ਨਾ, ਭਾਵ ਸਾਡੇ ਨਾਲੋਂ ਕਈ ਗੁਣਾ ਅੱਗੇ ਜਾ ਰਹੇ ਨੇ, ਉਹਨਾਂ ਦੇਸ਼ਾਂ ਦੀ ਇਸ ਉਚਾਈ ਦੇ ਵਿੱਚ ਉਹਨਾਂ ਦੇ ਹਰ ਇੱਕ ਨਾਗਰਿਕ ਦਾ ਯੋਗਦਾਨ ਹੈ। ਸੋ ਮੈਂ ਜਿਹੜੀ ਅਰਜ਼ ਕਰਨ ਲੱਗਾ ਸੀ, ਅਰਜ਼ ਇਹ ਹੈ ਕਿ ਜਦੋਂ ਬੰਦਾ ਸਮਾਜ ਨੂੰ ਸੋਹਣਾ ਬਣਾਉਂਦਾ ਹੈ ਤੇ ਉਹਦੇ ਵਿੱਚ ਹਰ ਬੰਦੇ ਦਾ ਯੋਗਦਾਨ ਹੁੰਦਾ ਹੈ, ਕਿਉਂਕਿ ਜਦੋਂ ਹਰ ਬੰਦਾ ਇਸ ਦੁਨੀਆ ਦੇ ਮੰਚ ਤੇ ਚੰਗਾ ਬਣ ਕੇ ਆਵੇਗਾ ਤੇ ਮਾੜਾ ਤਾਂ ਦਿਸੇਗਾ ਹੀ ਕੋਈ ਨਹੀਂ, ਤੇ ਜਦੋਂ ਹਰ ਬੰਦਾ ਇਹ ਜ਼ਿੰਮੇਵਾਰੀ ਤਿਆਗ ਕੇ ਆਖੇਗਾ ਇਹਦੇ ਨਾਲ ਕੀ ਫਰਕ ਪੈਣ ਦਿਆ। ਇੱਕ ਬੰਦਾ ਬਿਜਲੀ ਚੋਰੀ ਕਰਦਾ ਹੋਵੇ ਨਾ ਕੁੰਡੀ ਲਾ ਕੇ, ਆ ਗੌਰ ਕਰਿਓ ਸਾਧ ਸੰਗਤ, ਇੱਕ ਬੰਦਾ ਕੁੰਡੀ ਲਾ ਕੇ ਬਿਜਲੀ ਚੋਰੀ ਕਰ ਰਿਹਾ ਹੋਵੇ ਨਾ, ਚੋਰੀ ਤਾਂ ਭਾਵੇਂ ਸਿਆਣੇ ਕਹਿੰਦੇ ਨੇ ਕੱਖ ਦੀ ਵੀ ਚੋਰੀ ਹੈ ਤੇ ਲੱਖ ਦੀ ਵੀ ਚੋਰੀ ਹੈ। ਹੁਣ ਕਈਆਂ ਨੂੰ ਇਉਂ ਵੀ ਲੱਗੇਗਾ ਵੀ ਇਹ ਕਿੱਡੀ ਕੁ ਵੱਡੀ ਚੋਰੀ ਹੈ, ਕਿਤੇ ਇਹ ਕੋਈ ਗੁਨਾਹ ਥੋੜੀ ਹੈ। ਬੰਦਾ ਇੱਕ ਕੁੰਡੀ ਲਾ ਕੇ ਬਿਜਲੀ ਚੋਰੀ ਕਰਦਾ ਹੈ, ਗੁਆਂਢੀ ਦੇਖਦਾ ਵੀ ਇਹ ਵੀ ਕਰ ਰਿਹਾ, ਇਹਦੇ ਨਾਲ ਮੈਨੂੰ ਕੀ ਫਰਕ ਪੈਣ ਲੱਗਾ, ਮੈਂ ਵੀ ਚੋਰੀ ਕਰ ਲਾਂਗਾ। ਉਹਦਾ ਅਗਲਾ ਗੁਆਂਢੀ ਵੀ ਦੇਖਦਾ ਵੀ ਇਹ ਵੀ ਤੇ ਚੋਰੀ ਕਰਦਾ, ਇਹਦੇ ਨਾਲ ਕੀ ਫਰਕ ਪੈਂਦਾ, ਮੈਂ ਵੀ ਕਰ ਲਾਂਗਾ। ਚੋਰੀ ਭਾਵੇਂ ਗੌਰਮੈਂਟ ਦੀ ਹੈ, ਔਰ ਜਿੰਨੀ ਬਿਜਲੀ ਦੀ ਖਪਤ ਹੋਵੇਗੀ, ਜਿੰਨਾ ਘਾਟਾ ਪਵੇਗਾ, ਉਹ ਬਾਕੀ ਉਹਨਾਂ ਲੋਕਾਂ ਤੇ ਵੀ ਪ੍ਰਭਾਵ ਪਵੇਗਾ ਜਿਹੜੇ ਸਮੇਂ ਸਿਰ ਆਪਣਾ ਬਿੱਲ ਤਾਰ ਕੇ ਆਪਣੀਆਂ ਯੂਨਿਟਾਂ ਮਚਾਉਂਦੇ ਨੇ, ਔਰ ਗੌਰਮੈਂਟ ਦੇ ਖਾਤੇ 'ਚ ਉਹਨਾਂ ਦੀਆਂ ਯੂਨਿਟਾਂ ਸ਼ੋਅ ਹੁੰਦੀਆਂ ਨੇ, ਔਰ ਉਹ ਉਸ ਹਿਸਾਬ ਦੇ ਨਾਲ ਆਪਣੀ ਬਿੱਲ ਦੀ ਕੀਮਤ ਦੇ ਕੇ ਤੇ ਹਰ ਰੋਜ਼ ਇਮਾਨਦਾਰੀ ਦੀ ਬਿਜਲੀ ਬਾਲਦੇ ਨੇ। ਪਰ ਜਿਹੜੇ ਅਕਸਰ ਹੀ ਲੋਕ ਕੁੰਡੀਆਂ ਸੁੱਟ ਕੇ, ਕੁੰਡੀਆਂ ਪਾ ਕੇ ਉੱਥੇ ਤਾਰਾਂ ਦੇ ਉੱਪਰ ਤੇ ਬਿਜਲੀ ਬਿਨਾਂ ਮਤਲਬ ਹੀ ਚੋਰੀ ਦੇ ਰੂਪ ਵਿੱਚ ਬਾਲੀ ਜਾਂਦੇ ਨੇ, ਕਿ ਅਜਿਹੇ ਲੋਕ ਆਪਣੇ ਮੁਲਕ ਦੀ, ਆਪਣੇ ਦੇਸ਼ ਦੀ ਤਰੱਕੀ ਵਿੱਚ ਹਿੱਸਾ ਪਾ ਰਹੇ ਹੁੰਦੇ ਨੇ? ਕਦਾਚਿਤ ਨਹੀਂ। ਉਹ ਤਾਂ ਆਪਣੇ ਉਸ ਮਹਿਕਮੇ ਨੂੰ ਘਾਟੇ ਵੱਲ ਨੂੰ ਲੈ ਕੇ ਜਾ ਰਹੇ ਨੇ। ਜਿਹੜੇ ਲੋਕ ਕਹਿੰਦੇ ਵੀ ਅਸੀਂ ਤਾਂ ਆਲਸੀ ਲੋਕ ਹਾਂ, ਪੈਸਾ ਜੇਬ ਚੋਂ ਨਹੀਂ ਕੱਢਾਂਗੇ, ਹਰ ਚੀਜ਼ ਮੁਫਤ ਦੀ ਮਿਲੇ, ਹਰ ਚੀਜ਼ ਚੋਰੀ ਦੀ ਮਿਲੇ, ਹਰ ਚੀਜ਼ ਸਾਡੇ ਕੋਲ ਸਾਨੂੰ ਗੌਰਮੈਂਟ ਪ੍ਰਦਾਨ ਕਰੇ, ਅਸੀਂ ਕਦਾਂ ਵੀ ਹੱਥ ਹਿਲਾ ਕੇ ਕੰਮ ਨਾ ਕਰੀਏ। ਮਾਫ ਕਰਿਓ, ਸਾਡੇ ਮੁਲਕ ਦੀਆਂ ਤੇ ਸਰਕਾਰਾਂ ਵੀ ਇੱਦਾਂ ਦੀਆਂ ਜਿਨ੍ਹਾਂ ਨੇ ਕਣਕਾਂ 20 ਰੁਪਏ ਕਿਲੋ ਦੇ ਹਿਸਾਬ ਦੇ ਨਾਲ ਕਣਕ ਖਰੀਦ ਕੇ ਤੇ 2 ਰੁਪਏ ਕਿਲੋ ਦੇ ਹਿਸਾਬ ਨਾਲ ਮੁਲਕ ਵਾਲਿਆਂ ਨੂੰ ਵੰਡ ਕੇ ਤੇ ਆਲਸੀ ਬਣਾ ਦਿੱਤਾ। ਸਾਡੇ ਤੇ ਮੁਲਕ ਦੀਆਂ ਸਰਕਾਰਾਂ ਵੀ ਇੱਦਾਂ ਦੀਆਂ। ਅਨਾਜ ਖਰੀਦਿਆ 20 ਰੁਪਏ ਕਿਲੋ, ਵੰਡਣ ਦੇ ਵੇਲੇ ਵੰਡਿਆ 2 ਰੁਪਏ ਕਿਲੋ, ਔਰ ਇਹਦੇ ਪਿੱਛੇ ਬੜੀ ਵੱਡੀ ਪਾਲਿਸੀ ਕੰਮ ਕਰਦੀ ਹੈ। ਇਹਦੇ ਪਿੱਛੇ ਬੜੀ ਵੱਡੀ ਪੋਲਿਟਿਕਸ ਹੈ ਜਿਹਨੂੰ ਸਾਡਾ ਸਮਾਜ ਕਦੇ ਵੀ
ਆਉਣ ਵਾਲੇ 50 ਸਾਲਾਂ ਤੱਕ ਵੀ ਸੋਚ ਸਮਝ ਕੇ ਵਿਚਾਰ ਕੇ ਨਹੀਂ ਚੱਲੇਗਾ। ਕਿਉਂਕਿ ਜਿਹੜੀ ਸਾਡੀ ਰੀਤੀ ਬਣ ਚੁੱਕੀ ਹੈ, ਬੰਦਾ ਇੰਨਾ ਕੁ ਆਲਸੀ ਹੋ ਚੁੱਕਿਆ, ਉਸ ਚਾਹੁੰਦਾ ਆ ਕਿ ਮੈਨੂੰ ਹਰ ਚੀਜ਼ ਮੁਫਤ ਦੀ ਮਿਲੇ। ਪਰ ਜੋ ਮੈਂ ਕਰਦਾ ਹਾਂ ਉਹ ਤਾਂ ਧਰਮ ਦੀ ਗੱਲ ਹੈ। ਚੋਰੀ ਵੀ ਕਰਾਂ ਤੇ ਉਹਨੂੰ ਵੀ ਧਰਮ ਦਾ ਨਾਮ ਦੇਵਾਂ। ਜਿਹੜਾ ਮੈਨੂੰ ਕੁਝ ਪ੍ਰਾਪਤ ਹੁੰਦਾ ਹੈ ਉਹ ਮੁਫਤ ਦਾ ਹੋਵੇ, ਕਿਉਂਕਿ ਗੌਰਮੈਂਟ ਦੇ ਕੋਲੋਂ ਮੈਨੂੰ ਪ੍ਰਾਪਤ ਹੋਵੇ, ਗੌਰਮੈਂਟ ਦੇ ਹਿੱਸੇ ਵਿੱਚ ਮੈਂ ਕੁਝ ਨਾ ਦੇਵਾਂ। ਇਹੋ ਬੰਦੇ ਦੀ ਬਿਰਤੀ ਧਰਮ ਦੇ ਖੇਤਰ 'ਚ ਵੀ ਹੈ, ਇਹੋ ਹੀ ਸਮਾਜਿਕ ਖੇਤਰ 'ਚ ਵਾ। ਔਰ ਇਦਾਂ ਦੇ ਲੋਕ ਜਿਹੜੇ ਇਹਨਾਂ ਪਾਲਿਸੀਆਂ ਦੇ ਅਧੀਨ ਚੱਲਦੇ ਨੇ ਵੀ ਸਾਨੂੰ ਤਾਂ ਭਾਈ 2 ਰੁਪਏ ਕਿਲੋ ਕਣਕ ਮਿਲਦੀ ਹੈ, ਵੱਡੇ ਵੱਡੇ ਅਹਿਮ ਤੇ ਵੱਡੇ ਵੱਡੇ ਸਰਦਾਰ ਅਖਵਾਉਣ ਵਾਲਿਆਂ ਦੇ ਘਰਾਂ ਵਿੱਚੋਂ 2 ਰੁਪਏ ਕਿਲੋ ਕਣਕ ਦੇ ਗੱਟੇ ਮਿਲ ਜਾਂਦੇ ਨੇ। ਵਜ੍ਹਾ ਕੀ ਹੈ ਵੀ ਜਿਹੜੇ ਬੰਦੇ ਨੂੰ ਲੋੜ ਵੀ ਨਹੀਂ ਉਹ ਵੀ 2 ਰੁਪਏ ਕਿਲੋ ਵਾਲੀ ਕਣਕ ਖਰੀਦ ਰਿਹਾ ਹੈ। ਲੋੜਵੰਦ ਤਾਂ ਖਰੀਦੇਗਾ ਹੀ, ਪਿਓ ਦੇ ਕੋਲ ਕੁਝ ਹੈ ਨਹੀਂ ਉਹ ਤਾਂ ਵਿਚਾਰਾ ਖਰੀਦੇਗਾ, ਪਰ ਜਿਹਦੇ ਕੋਲ ਹੈ ਸਭ ਕੁਝ ਉਹ ਵੀ ਇਉਂ ਕਰ ਰਿਹਾ ਵੀ ਮੇਰੀ ਵੀ 4 ਗੱਟੇ ਆ ਹੀ ਜਾਵੇ ਤੇ ਵਧੀਆ ਗੱਲ ਹੈ। ਗੌਰਮੈਂਟ ਦੀਆਂ ਪਾਲਿਸੀਆਂ ਵੀ ਇਹਨਾਂ ਲੋਕਾਂ ਨੂੰ ਕੇਵਲ ਖਾਣ ਪੀਣ ਤੋਂ ਉੱਪਰ ਕਦੇ ਵੀ ਨਾ ਉੱਠਣ ਦਿਓ। ਇਹਨਾਂ ਲੋਕਾਂ ਦੀ ਸੂਝ-ਬੂਝ ਜਿਹੜੀ ਖਾਣ ਪੀਣ ਤੋਂ ਇਲਾਵਾ ਹੋਰ ਕਿਧਰ ਨਹੀਂ ਜਾਣੀ ਚਾਹੀਦੀ। ਇਹਨਾਂ ਨੂੰ ਇਹ ਨਹੀਂ ਪਤਾ ਲੱਗਣਾ ਚਾਹੀਦਾ ਵੀ ਅਸੀਂ ਰਾਜ ਭਾਗ ਦੇ ਵਾਰਸ ਵੀ ਬਣ ਜਾਣਾ ਹੈ। ਇਹਨਾਂ ਨੂੰ ਇਹ ਨਾ ਪਤਾ ਲੱਗਣ ਦਿਓ ਵੀ ਰਾਜ ਗੱਦੀਆਂ ਤੁਹਾਡੇ ਕੋਲ ਆ ਸਕਦੀਆਂ ਨੇ, ਤੁਸੀਂ ਸਮੇਂ ਦੇ ਰਾਜੇ ਵੀ ਬਣ ਸਕਦੇ ਹੋ। ਇਹ ਗੱਲ ਯਾਦ ਆ ਗਈ ਇਹਨਾਂ ਨੂੰ ਤੇ ਫਿਰ ਇਹਨਾਂ 2 ਰੁਪਏ ਕਿਲੋ ਥੋੜੀ ਖਰੀਦਣੀ ਹੈ। ਇਹ ਤੇ ਉਹ ਲੋਕ ਆ ਜਿਹੜੇ ਲੰਬੀਆਂ ਲੰਬੀਆਂ ਲਾਈਨਾਂ ਲਾ ਕੇ ਧੱਕੇ ਮਾਰ ਮਾਰ ਕੇ ਇੱਕ ਦੂਜੇ ਨੂੰ ਕਹਿੰਦੇ ਵੀ ਮੇਰੀ ਵਾਰੀ ਹੈ, ਮੈਂ ਖਰੀਦਣ ਆਇਆ, ਮੈਂ ਪਹਿਲਾਂ ਲੈ ਕੇ ਜਾਣੀ ਹੈ। ਵੀ ਕਮਾਲ ਦੀ ਗੱਲ ਨਹੀਂ ਹੈ ਵੀ ਅਸੀਂ ਕਿੱਥੇ ਖੜੇ ਹਾਂ, ਸਾਡਾ ਸਮਾਜ ਕਿੱਥੇ ਖੜਿਆ। ਮਿਡ ਡੇ ਮੀਲ ਦਾ ਖਾਣਾ ਜਿਹੜਾ ਆਮ ਤੌਰ ਤੇ ਬੱਚਿਆਂ ਨੂੰ ਸਕੂਲਾਂ ਵਿੱਚ ਪ੍ਰਦਾਨ ਕੀਤਾ ਜਾਂਦਾ ਗੌਰਮੈਂਟ ਵੱਲੋਂ, ਕਿੰਨੀ ਕੁ ਭੁੱਖ ਰੱਖ ਕੇ ਬੱਚੇ ਸਾਡੇ ਜਾਂਦੇ ਨੇ, ਕਿੰਨੇ ਕੁ ਘਰੋਂ ਭੁੱਖੇ ਜਾਂਦੇ ਨੇ ਵੀ ਉਹਨਾਂ ਨੂੰ ਸਕੂਲ ਦੇ ਵਿੱਚ ਵੀ ਗੌਰਮੈਂਟ ਨੂੰ ਖਾਣਾ ਬਣਾ ਕੇ ਦੇਣਾ ਪੈ ਰਿਹਾ ਹੈ। ਕਿੱਡੀ ਕੁ ਵੱਡੀ ਭੁੱਖਮਰੀ ਆਰੰਭ ਹੋ ਗਈ ਹੈ। ਕੇਵਲ ਤੇ ਕੇਵਲ ਇਹ ਵੀ ਇੱਕ ਅਨਪੜ੍ਹਤਾ ਦਾ ਕਾਰਨ ਬੜਾ ਵੱਡਾ ਬਣੇਗਾ। ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਹੱਥਾਂ ਨੂੰ ਦੰਦੀਆਂ ਵੱਢ ਵੱਢ ਕੇ ਸੋਚਾਂਗੇ ਵੀ ਆਹ ਕੀ ਬਣ ਗਿਆ। ਪੰਜਾਬ ਦੀ ਧਰਤੀ ਤੇ ਬਹੁਤ ਵੱਡੀ ਗਿਣਤੀ ਨੂੰ ਅਨਪੜ੍ਹ ਰੱਖਣ ਦੇ ਲਈ ਗੌਰਮੈਂਟ ਨੇ ਕੁਝ ਕੁ ਪਾਲਿਸੀਆਂ ਇੱਦਾਂ ਦੀਆਂ ਤਿਆਰ ਕੀਤੀਆਂ ਨੇ। ਹੁਣ ਅਸੀਂ ਕਈ ਵਾਰੀ ਇਹ ਵੀ ਗੱਲ ਤੇ ਕਿੰਤੂ ਕਰਦੇ ਹਾਂ, ਸੋਚਾਂਗੇ ਵੀ ਆਹ ਕੀ ਹੈ, ਇਹ ਕਿੱਦਾਂ ਦੀਆਂ ਗੱਲਾਂ ਨੇ। ਪੁਰਾਤਨ ਸਮੇਂ ਅੰਦਰ ਵੀ ਬੱਚੇ ਸਕੂਲ ਜਾਂਦੇ ਸੀ, ਘਰੋਂ ਇੱਕ ਅੱਧਾ ਪ੍ਰਸ਼ਾਦਾ ਛਕ ਕੇ ਜਾਂਦੇ ਸੀ, ਘਰ ਆ ਕੇ ਛਕ ਲੈਂਦੇ ਸੀ। ਹੁਣ ਜਿਹੜਾ ਸਮਾਂ ਪੜ੍ਹਨ ਦਾ ਹੁੰਦਾ ਉਹ ਬੱਚਿਆਂ ਦਾ ਖਾਣੇ 'ਚ ਧਿਆਨ ਹੁੰਦਾ ਹੈ। ਕੁਝ ਖਾਣਾ ਬਣਾਉਣ ਦਾ ਅਧਿਆਪਕ ਨੂੰ ਇਹ ਫਿਕਰ ਲੱਗਾ ਹੁੰਦਾ, ਮੁੱਖ ਅਧਿਆਪਕ ਨੂੰ, ਵੀ ਕਿਧਰੇ ਉਹ ਖਾਣ ਵਾਲੇ ਅਨਾਜ ਦੇ ਵਿੱਚ ਕਿਧਰੇ ਕਮੀ ਨਾ ਆ ਜਾਏ, ਕੋਈ ਘਾਟ ਨਾ ਆ ਜਾਵੇ, ਇਸ ਫੂਡ ਵਿੱਚ ਕੋਈ ਪ੍ਰੋਬਲਮ ਨਾ ਆ ਜਾਵੇ। ਅਧਿਆਪਕ ਦਾ ਕਾਰਜ ਖੇਤਰ ਕੀ ਸੀ? ਬੱਚਿਆਂ ਨੂੰ ਵਿੱਦਿਆ ਦੇਣਾ। ਪਰ ਅਧਿਆਪਕ ਤਾਂ ਮਹਿਜ਼ ਇੱਕ ਲਾਂਗਰੀ ਬਣ ਕੇ ਰਹਿ ਗਿਆ। ਉਹਨੂੰ ਇਹ ਫਿਕਰ ਲੱਗਾ ਰਹਿੰਦਾ ਵੀ ਕਿਧਰੇ ਰਸਤ ਤਾਂ ਨਾ ਮੁੱਕ ਗਈ ਹੋਵੇ ਕਿਤੇ। ਉਹਨੂੰ ਇਹ ਹੀ ਫਿਕਰ ਰਹਿੰਦਾ ਹੈ, ਕਿਉਂਕਿ ਉਸ ਵਕਤ ਜਿਹੜੇ ਰਸੋਈਏ ਨੇ ਉੱਥੇ ਬਣਾਉਣ ਵਾਲੇ ਉਹ ਆ ਕੇ ਦੱਸਦੇ ਨੇ ਮੁੱਖ ਅਧਿਆਪਕ ਨੂੰ ਵੀ ਸਾਡੇ ਕੋਲ ਆਹ ਚੀਜ਼ ਨਹੀਂ ਹੈਗੀ ਅਵੇਲੇਬਲ, ਉਹ ਸਾਨੂੰ ਅਵੇਲੇਬਲ ਕਰਵਾ ਕੇ ਦਿਓ, ਸਾਡੇ ਕੋਲ ਪਹੁੰਚਦੀ ਕਰੋ, ਤਾਂ ਬੱਚਿਆਂ ਦਾ ਖਾਣਾ ਤਿਆਰ ਹੋਵੇਗਾ। ਮਾਫ ਕਰਨਾ, ਸਾਡੇ ਮੁਲਕ ਦੀ ਜਿਹੜੀ ਹੈ ਤਰੱਕੀ ਕਿਉਂ ਨਹੀਂ ਹੋ ਰਹੀ? ਸਾਡੇ ਦੇਸ਼ ਪੰਜਾਬ ਦੇ ਵਿੱਚ ਤਾਂ ਇਦਾਂ ਦਾ ਕਦੀ ਵੀ ਨਹੀਂ ਸੀ ਹੋਣਾ ਚਾਹੀਦਾ। ਸਗੋਂ ਗੌਰਮੈਂਟ ਦੀਆਂ ਜਿਹੜੀਆਂ ਪਾਲਿਸੀਆਂ ਇਦਾਂ ਦੀਆਂ ਹੁੰਦੀਆਂ, ਹਰ ਬੰਦਾ ਮਿਹਨਤੀ ਹੋਵੇ, ਹਰ ਬੰਦੇ ਨੂੰ ਸਮੇਂ ਸਿਰ ਸਹੂਲਤ ਦਿੱਤੀ ਜਾਵੇਗੀ, ਹਰ ਬੰਦਾ ਜਿਹੜਾ ਉਹ ਸਟਰਗਲ ਕਰੇ ਤੇ ਗੌਰਮੈਂਟ ਦੇ ਖਜ਼ਾਨੇ ਦੇ ਵਿੱਚ ਆਪਣਾ ਟੈਕਸ ਜਮ੍ਹਾਂ ਕਰਵਾਵੇ। ਪਰ ਜਿੱਥੇ ਚੋਰਾਂ ਦੀ ਗਿਣਤੀ ਵੱਧ ਹੋਵੇ ਉੱਥੇ ਐਸਾ ਨਹੀਂ ਕਦੀ ਹੋ ਸਕਦਾ। ਮੈਨੂੰ ਮਾਫ ਕਰਨਾ, ਮੈਂ ਇਹ ਸ਼ਬਦ ਵਰਤ ਰਿਹਾ, ਕਿਉਂਕਿ ਚੋਰ ਦਾ ਅਰਥ ਇਹ ਨਹੀਂ ਹੁੰਦਾ ਵੀ ਕਿਸੇ ਦੇ ਘਰ ਵਿੱਚੋਂ ਜਿਹੜਾ ਸੰਨ ਲਾਉਂਦਾ ਹੈ। ਚੋਰ ਦਾ ਅਰਥ ਤਾਂ ਇਹ ਵੀ ਹੁੰਦਾ ਵੀ ਜਿਹੜਾ ਇਉਂ ਅੱਖਾਂ ਦੇ ਨਾਲ ਵੀ ਜਿਹੜਾ ਚੋਰੀ ਕਰ ਜਾਵੇ ਉਹ ਵੀ ਚੋਰ ਹੀ ਹੁੰਦਾ ਹੈ। ਅੱਖਾਂ ਨਾਲ ਵੀ ਕਈ ਲੋਕ ਚੋਰੀ ਕਰਦੇ ਨੇ, ਜ਼ੁਬਾਨ ਨਾਲ ਵੀ ਚੋਰੀ ਕਰਦੇ ਨੇ। ਇੱਥੇ ਤਾਂ ਫਿਰ ਸ਼ਰੇਆਮ ਚੋਰੀਆਂ ਹੁੰਦੀਆਂ। ਬਿਜਲੀ ਦੀ ਕੁੰਡੀ ਤੋਂ ਲੈ ਕੇ, ਮੈਂ ਕਹਿੰਦਾ ਮਾਫ ਕਰਿਓ, ਸਵੇਰੇ ਅੰਮ੍ਰਿਤ ਵੇਲੇ ਉੱਠਦਿਆਂ ਵਾਹਿਗੁਰੂ ਵਾਹਿਗੁਰੂ ਜਪਣ ਤੋਂ ਬਾਅਦ ਬੰਦਾ ਫਿਰ ਕੁੰਡੀ ਲਾ ਕੇ ਫਿਰ ਕਹਿੰਦਾ ਵੀ ਸੱਚਾ ਪਾਤਸ਼ਾਹ ਤੇਰੀ ਮਿਹਰ ਨਹੀਂ ਬਚੇ, ਅੱਜ ਤਾਂ ਛਾਪਾ ਪੈ ਗਿਆ ਸੀ, ਵੀ ਉਹਦੀ ਮਿਹਰ ਹੀ ਤੈਨੂੰ ਬਚਾਈ ਆ ਰਹੀ ਹੈ। ਇਦਾਂ ਦੀਆਂ ਗੱਲਾਂ ਬੰਦਾ ਆਪਣੇ ਆਪ ਵਿੱਚ ਹੀ ਕਰੀ ਜਾ ਰਿਹਾ ਹੈ। ਇਦਾਂ ਦੀਆਂ ਗੱਲਾਂ ਨੂੰ ਧਰਮ ਬਣਾ ਕੇ ਮੰਨ ਕੇ ਬੈਠਾ ਹੈ। ਤੋ ਮਾਫ ਕਰਨਾ ਗੁਰੂ ਕੇ ਪਿਆਰਿਓ, ਮੇਰਾ ਵਿਸ਼ਾ ਨਹੀਂ ਸੀ, ਭਾਵੇਂ ਮੈਂ ਵਿਸ਼ੇ 'ਚੋਂ ਇਹ ਗੱਲ ਕੀਤੀ ਹੈ।
हर एक नागरिक का फर्ज बनता भी असी अपने देश नूं अपने समाज नूं सोहना बनाउण वास्ते थोड़ा थोड़ा योगदान पाईए। ते वो योगदान किवें पावांगे असी भला, जे साडे कोल कुछ होवेगा ते, जे साडे कोल ही कुछ ना होया ते असी योगदान की पावांगे। सतगुरु महाराज ने बाणी विच हर बंदे नूं प्रेरणा दित्ती है भी तेरे कोल बहुत कुछ हो सकदा जे तूं आह गल मन लवें। महाराज ने बाणी विच प्रेरणा देंदियां आख्या भी जिस रब की तू पूजा करनी है ना, उहदा सुभाव बड़ा मिठा है। जिस मालिक नूं तू मनदा है, जिस मालिक की तू बंदगी इबादत करनी है, उहदा सुभाव बहुत मिठा है। पहली जपजी साहब की पौड़ी विच महाराज ने यह बचन किया है, गरीब नवाज कहंदे साचा साहिब साच नाई। जिस साहिब नूं तू मनना है ना, वो आप खुद सच्चा ते उहदा न्याय जिहड़ा है, उहदा नियम जिहड़ा है सारे संसार विच सच्चा है। साचा साहिब साच नाए। आ पहली गल गुरु नानक साहब महाराज ने कर दित्ती, कहंदे भी जिस साहिब दी तू बंदगी करनी है वो आप सच्चा है, उहदा न्याय भी सच्चा है। साचा साहिब साच नाए। अगला बचन आख्या भाख्या। भाख्या का अर्थ हुंदा बोली। भाख्या भाओ अपार। ओदी बोली बड़ी प्रेम वाली है, उहदे बराबर दा कोई संसार च नज़र नहीं आउंदा। रब दी बोली जिहड़ी है बड़ी प्यार वाली है, बड़ी मिठी है, बड़ी शहद वाली बोली है। इन्ना क रस है ना उस बोली दे विच, जिन्हों सतगुरु गुरु अर्जन साहब महाराज कहंदे मिठ बोलड़ा जी हर सज्जन स्वामी मोरा। मेरा सज्जन स्वामी तो मिठा बोलदा है, हों संभल थकी जी वो कदे ना बोले कौड़ा। मैं तो ध्यान रखदा हाँ, मैं तो वाचदा ही रहना भी कदे तो कौड़ा बोल बोलेगा ही, पर हों संभल थकी जी वो कदे ना बोले कौड़ा। उन्होंने मैं हुण तक अजे तक कौड़ा बोलद्या कदे तक्या ही नहीं। इन्ना मिठा बोलदा है, इन्नी मिठास है, इन्ना रस है उस मालक वाहिगुरू दी बंदगी दा। तो गरीब नवाज पातशाह महाराज ने एक थां नहीं, बाणी विच बहुत बारी ये बचन आखे ने। गरीब नवाज आखदे गुसाई महिंडा इठड़ा अम अब्बे थामो मिठड़ा। मेरा गुसाई मेरी अम्मा ते अब्बा दे नालों भी मिठा बोलदा है। हुण सब तो वध ते मां ही बच्चे नूं मिठा बोलदी है। पिता लाड करदा ते बच्चे नूं मिठा बोलदा है, ते बच्चे नूं इंज लगदा भी समाज विच मेरी मां दे नालों कोई वध मिठा नहीं बोल सकदा। बच्चे नूं इउं लगदा भी मैनूं समाज विच मेरे पिता तो बिना कोई दूजा होर प्यार कर ही नहीं सकदा। ते गरीब नवाज कहंदे बड़ा वड्डा भुलेखा है। सतगुरु कहंदे तेरा भुलेखा हो सकदा है, इहदे नालों वध के भी मिठास जे तूं वेखणी है ना, गुसाई महिंडा इठड़ा अम अब्बे थावों मिठड़ा। भैन भाई सब सज्जणा, जिन्ने साडे भैन भाई सज्जण मित्र मां बाप हो सकदा साडे नाल प्यार दी भाषा प्यार दी बोली बोलदे होण, पर मेरे गरीब नवाज कहंदे अम अब्बे थावों मिठड़ा। ते भैन भाई ते सज्जण मित्र जिन्ने रिश्तेदार साक संबंधी ते कोड़मा कबीला है ना, सब विचों श्रेष्ठ सब तो उच्चमता दी बोली बोलण वाला मेरा मालक वाहिगुरू है, जिहदे बराबर दी मिठास किसी दे कोल है ही नहीं है। भगत फरीद साहब जी ने अज दे पावन श्लोक राही परमात्मा वाहिगुरू दे गुणां दी मिठास दा जिक्र कीता है। ते जदों इस गल दा जिक्र करदे ने कि रब दे गुण बड़े बेअंत ने, उहदे बोलां दे विच बड़ी मिठास है, उहदे शब्दां दे विच बड़ा रस घुलिया होया है। ते ओह शब्द जदों बंदे दे जीवन विच आ जांदे ते फिर बनदा है आत्म रस। ते जदों आत्म रस आ जांदा है, महाराज कहंदे आत्म रस जिह जाणिया हर रंग सहजे मान, नानक धन धन जन आए ते परवान। कहंदे वो धनता दे जोग बन जांदे ने, उन्हां दा संसार विच आया धन हो जांदा है, उन्हां दा दुनिया विच आया सलाहुण दे योग बन जांदा, जिन्हां दे जीवन विच आत्म रस आ गया। आत्म रस दा अर्थ हुंदा है गुरबाणी नूं पढ़ सुण विचार के परमात्मा वाहिगुरू दे गुणां नूं सुरत दे विच टिका के जिहड़ा आनंद आउंदा है उहनूं बाणी ने आत्म रस आख्या। जिहड़ी खुशी ते प्रसन्नता प्राप्त हुंदी है उहनूं आत्म रस आख्या।
ਤੇ ਜਿਨ੍ਹਾਂ ਨੂੰ ਐਸਾ ਆਤਮ ਰਸ ਬਾਣੀ ਦੇ ਵਿੱਚੋਂ ਆ ਗਿਆ, ਅੰਤਰ ਆਤਮੇ ਦੇ ਵਿੱਚ ਰਸ ਪੈਦਾ ਕਰਨਾ, ਮਿਠਾਸ ਪੈਦਾ ਕਰਨੀ। ਕੁੜੱਤਣ ਦੇ ਬੋਲ ਬੋਲਣ ਤੋਂ ਤਾਂ ਮਹਾਰਾਜ ਦੀ ਬਾਣੀ ਨੇ ਸਾਨੂੰ ਬੜੀ ਵਾਰ ਗੁਰੇਜ਼ ਕਰਨ ਲਈ ਆਖਿਆ ਵੀ ਮਹਾਰਾਜ ਕਹਿੰਦੇ ਐਸਾ ਬੋਲ ਕਦੀ ਵੀ ਨਾ ਬੋਲੀ ਜਿਸ ਨਾਲ ਤੇਰਾ ਵੀ ਤਨ ਤੇ ਮਨ ਭਿੱਟਿਆ ਜਾਵੇ, ਜਿਸ ਬੋਲਣ ਨਾਲ ਤੈਨੂੰ ਵੀ ਦੁੱਖ ਮਿਲੇ ਤੇ ਤੇਰੇ ਬੋਲਾਂ ਨੂੰ ਸੁਣਨ ਵਾਲੇ ਨੂੰ ਵੀ ਦੁਖੀ ਹੋਣਾ ਪਵੇ। ਐਸਾ ਬੋਲ ਕਦੇ ਵੀ ਜੀਵਨ ਵਿੱਚ ਨਾ ਬੋਲੀ। ਬੋਲੀ ਇੰਨੀ ਕੁਰੱਖਤ ਹੋ ਗਈ ਹੈ ਨਾ ਆਮ ਜੀਵਨ ਦੀ। ਸਾਡੀ ਜੀਵਨ ਸ਼ੈਲੀ ਖਾਣ ਪੀਣ ਤੋਂ ਲੈ ਕੇ ਬੋਲਣ ਪਹਿਨਣ ਤੋਂ ਲੈ ਕੇ ਵਿਗੜ ਚੁੱਕੀ ਹੈ। ਮਾਫ ਕਰਨਾ, ਬੰਦੇ ਦਾ ਪਹਿਨਣ, ਬੰਦੇ ਦਾ ਬੋਲ ਚਾਲ, ਬੰਦੇ ਦਾ ਖਾਣ ਪੀਣ, ਸਾਡੀ ਜੀਵਨ ਸ਼ੈਲੀ ਦੀ ਜਿਹੜੀ ਪ੍ਰਕਿਰਿਆ ਹੈ ਨਾ ਉਹ ਤਾਂ ਐਉਂ ਵਿੰਗੀ ਟੇਢੀ ਹੋ ਚੁੱਕੀ ਹੈ। ਜਿਵੇਂ ਬੰਦਾ ਵਿੰਗੇ ਟੇਢੇ ਰਾਹਾਂ ਤੇ ਜਾਵੇ ਤੇ ਉਹਨੂੰ ਕਈ ਵਾਰ ਚੱਕਰ ਆਉਣ ਲੱਗ ਪੈਂਦੇ ਨੇ। ਵਿੰਗਿਆ ਟੇਢਾ ਰਾਹ ਨੂੰ ਤੁਰ ਤੁਰ ਕੇ ਬੰਦਾ ਉਹ ਬੌਂਦਲ ਜਾਂਦਾ ਹੈ। ਤੇ ਸੱਚਮੁੱਚ ਹੋਇਆ ਵੀ ਏਦਾਂ ਵੀ ਬੰਦੇ ਦੀ ਜੀਵਨ ਸ਼ੈਲੀ ਇੰਨੀ ਕੁ ਵਿੰਗੀ ਟੇਢੀ ਹੋ ਗਈ ਹੈ ਨਾ, ਜਿਹੜਾ ਇਹਨੇ ਸਾਦਾ ਭੋਜਨ ਖਾਣਾ ਸੀ, ਸਾਦਾ ਪ੍ਰਸ਼ਾਦਾ ਛਕਣਾ ਸੀ, ਇਹ ਕਈ ਤਰ੍ਹਾਂ ਦੇ ਹੋਰ ਜਿੰਨਾ ਜੰਕ ਫੂਡ ਉਹਦੇ ਵਿੱਚ ਉਲਝ ਗਿਆ। ਅੱਜ ਦੇ ਸਮੇਂ 'ਚ ਜਿਹੜਾ ਸਾਡਾ ਸਾਦਾ ਪਹਿਰਾਵਾ ਸੀ ਉਹਨੂੰ ਤਿਆਗ ਕੇ ਕਿਧਰੇ ਪੱਛਮੀ ਪਹਿਰਾਵਿਆਂ ਵੱਲ ਭਟਕ ਗਿਆ। ਜਿਹੜੀ ਸਾਡੀ ਆਪਣੀ ਬੋਲੀ ਤੇ ਭਾਸ਼ਾ ਸੀ ਉਹਨੂੰ ਛੱਡ ਕੇ ਬੰਦਾ ਦੂਜੀਆਂ ਭਾਸ਼ਾਵਾਂ ਨੂੰ ਬੋਲਦਾ ਹੈ, ਵੱਧ ਮਾਣ ਮਹਿਸੂਸ ਕਰਦਾ ਉਹਨਾਂ ਨੂੰ ਬੋਲ ਕੇ। ਔਰ ਜਿੱਥੇ ਸਾਡੇ ਪਰਿਵਾਰ ਵਿੱਚ ਸਵੇਰੇ ਉੱਠਣ ਤੋਂ ਲੈ ਕੇ ਇੱਕ ਦੂਜੇ ਨੂੰ ਜਿਹੜਾ ਜ਼ਿੰਦਗੀ ਦੀ ਸ਼ੁਰੂਆਤ ਜਾਂ ਦਿਨ ਦੀ ਸ਼ੁਰੂਆਤ ਜਿਹੜੀ ਹੈ, ਹਰ ਰੋਜ਼ ਸਾਡੀ ਜ਼ਿੰਦਗੀ ਦੀ ਸ਼ੁਰੂਆਤ ਹੁੰਦੀ ਹੈ, ਸਮਝਣਾ ਧਿਆਨ ਨਾਲ। ਕਿਉਂਕਿ ਬੰਦਾ ਜਦੋਂ ਜਾਗ ਪੈਂਦਾ, ਅੱਖਾਂ ਖੁੱਲ੍ਹ ਜਾਂਦੀਆਂ ਨਾ, ਉਦੋਂ ਜ਼ਿੰਦਗੀ ਜੇ ਅੱਖਾਂ ਨਾ ਖੁੱਲ੍ਹੀਆਂ ਤੇ ਸਮਝੋ ਖਤਮ। ਜਦੋਂ ਅੱਖਾਂ ਖੁੱਲ੍ਹ ਗਈਆਂ ਉਦੋਂ ਜ਼ਿੰਦਗੀ ਦੀ ਸ਼ੁਰੂਆਤ ਹੁੰਦੀ ਹੈ। ਹਰ ਰੋਜ਼ ਦਿਨ ਦੇ ਨਾਲ ਸਾਡੀ ਜ਼ਿੰਦਗੀ ਦੀ ਵੀ ਸ਼ੁਰੂਆਤ ਹੁੰਦੀ ਹੈ। ਤੇ ਜੇ ਸਾਡੇ ਦਿਨ ਦੀ ਸ਼ੁਰੂਆਤ, ਜ਼ਿੰਦਗੀ ਦੀ ਸ਼ੁਰੂਆਤ ਗੁਰੂ ਨਾਨਕ ਦੇ ਮਿਸ਼ਰੀ ਤੋਂ ਮਿੱਠੇ ਬੋਲਾਂ ਦੇ ਨਾਲ ਆਰੰਭ ਹੁੰਦੀ ਹੈ ਨਾ, ਸਮਾਜ ਕਦੀ ਵੀ ਮਾੜਾ ਨਹੀਂ ਹੋਵੇਗਾ, ਪਰਿਵਾਰ ਕੁਰੱਖਤ ਨਹੀਂ ਹੋਵੇਗਾ, ਹਰ ਬੰਦੇ ਦੀ ਜੀਵਨ ਸ਼ੈਲੀ ਵਧੀਆ ਹੋਵੇਗੀ। ਹਰ ਬੰਦਾ ਇਸ ਸਮਾਜ ਨੂੰ, ਇਸ ਘਰ ਪਰਿਵਾਰ ਨੂੰ, ਇਸ ਦੇਸ਼ ਨੂੰ, ਇਸ ਸੁਹਾਵਣੀ ਧਰਤੀ ਨੂੰ ਆਪਣਾ ਧੜਕਦਾ ਹੋਇਆ ਦਿਲ ਸਮਝੇਗਾ। ਉਹਨੂੰ ਦੁੱਖ ਹੋਵੇਗਾ ਜਦੋਂ ਵੀ ਕੋਈ ਇੱਥੇ ਮਾੜਾ ਕਰਮ ਕਰੇਗਾ, ਉਹਦੇ ਅੰਦਰ ਦਰਦ ਤੇ ਪੀੜਾ ਉੱਠੇਗੀ ਵੀ ਤੂੰ ਐਸਾ ਕਿਉਂ ਕਰ ਰਿਹਾ। ਤੇ ਦਰਦ ਮਹਿਸੂਸ ਉਹੀਓ ਕਰ ਸਕਦਾ ਹੈ ਜਿਹੜਾ ਉਸ ਮੁਲਕ ਦਾ ਤੇ ਦੇਸ਼ ਦਾ ਵਾਸੀ ਹੋਵੇਗਾ। ਬਹੁਤ ਸਾਰੇ ਲੋਕ ਇਸ ਧਰਤੀ ਤੇ ਖਲਾਰਾ ਪਾ ਰਹੇ ਨੇ, ਧਰਮਾਂ ਦੇ ਨਾਮ ਤੇ ਯੁੱਧ ਛੇੜ ਰਹੇ ਨੇ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਤੋਂ ਪਹਿਲਾਂ ਭਗਤ ਕਬੀਰ ਸਾਹਿਬ ਸੰਸਾਰ ਵਿੱਚ ਆਏ ਔਰ ਉਹਨਾਂ ਨੇ ਆ ਕੇ ਇੱਕ ਗੱਲ ਕਹੀ, ਕਹਿਣ ਲੱਗੇ ਧਰਮਾਂ ਦੇ ਨਾਮ ਤੇ ਵਖਰੇਵੇਂ ਤੇ ਵੰਡੀਆਂ ਪਾਉਣ ਵਾਲਿਓ, ਇਸ ਸਮਾਜ ਨੂੰ ਇੱਕ ਕਰਨ ਦੀ ਬਜਾਏ ਇਹਨਾਂ ਨੂੰ ਵੱਖ-ਵੱਖ ਕਰਕੇ, ਇਹਨਾਂ ਵਿੱਚ ਤਰੇੜਾਂ ਪਾ ਕੇ ਆਪਣਾ ਰਾਜ ਭਾਗ ਕਾਇਮ ਕਰਨ ਵਾਲਿਓ, ਤੁਸੀਂ ਇਹਨੂੰ ਧਰਮ ਦਾ ਨਾਮ ਦਿੰਦੇ ਹੋ। ਇਹ ਤਾਂ ਸੰਸਾਰ ਪ੍ਰਮਾਤਮਾ ਦੀ ਅੰਸ਼ ਹੈ। ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਕੁਦਰਤ ਦੇ ਬੰਦਿਆਂ ਵਿੱਚ ਵੰਡੀਆਂ ਪਾ ਰਹੇ ਹੋ। ਇਹਦਾ ਅਰਥ ਉਹਨੂੰ ਪੀੜਾ ਮਹਿਸੂਸ ਹੁੰਦੀ ਹੈ, ਉਹਨੂੰ ਦਰਦ ਮਹਿਸੂਸ ਹੁੰਦਾ ਹੈ ਜਿਹੜਾ ਬਾਕੀਆਂ ਨੂੰ ਵੀ ਆਪਣੇ ਸਮਝਦਾ ਹੋਵੇ ਤੇ ਜਿਹੜਾ ਆਪਣੇ ਨਿੱਜ ਸਵਾਰਥਾਂ ਦੀ ਪੂਰਤੀ ਦੇ ਲਈ ਜਿਉਂਦਾ ਹੋਵੇ। ਉਹਦੇ ਵੱਲੋਂ ਤੇ ਸਮਾਜ ਵਿੱਚ ਕੁਝ ਵੀ ਹੋ ਜਾਵੇ, ਉਹਦੇ ਵੱਲੋਂ ਤਾਂ ਸਮਾਜ ਵਿੱਚ ਜਿੰਨੀਆਂ ਮਰਜ਼ੀ ਅਣਸੁਖਾਵੀਆਂ ਘਟਨਾਵਾਂ ਵਾਪਰ ਜਾਣ, ਉਹ ਆਪਣੇ ਘਰ ਦਾ ਕੁੰਡਾ ਲਾ ਕੇ ਤੇ ਕਿਸੇ ਨੂੰ ਆਵਾਜ਼ ਨਹੀਂ ਦਿੰਦਾ। ਉਹ ਕਹਿੰਦਾ ਮੈਨੂੰ ਕਿਸੇ ਨਾਲ ਕੋਈ ਮਤਲਬ ਨਹੀਂ। ਤੁਸੀਂ ਗੌਰ ਕਰਿਓ ਸਾਧ ਸੰਗਤ, ਅਨਾਜ ਨੂੰ ਬਚਾਉਣ ਦੇ ਲਈ ਜਦੋਂ ਕਿਧਰੇ ਵੀ ਅੱਗ ਦੀ ਆਵਾਜ਼ ਸੁਣਦੀ ਹੈ ਵੀ ਸਾਨੂੰ ਵੀ ਇੱਧਰ ਅੱਗ ਲੱਗ ਗਈ ਹੈ, ਇਸ ਪਾਸੇ ਅੱਗ ਦਾ ਪ੍ਰਕੋਪ ਵੱਧ ਰਿਹਾ ਹੈ, ਤੇ ਕਈ ਪਿੰਡਾਂ ਦੇ ਲੋਕ ਇਕੱਠੇ ਹੋ ਕੇ ਅਨਾਜ ਨੂੰ ਬਚਾਉਣ ਵਾਸਤੇ ਅੱਗ ਬੁਝਾਉਂਦੇ ਨੇ। ਅਸਾਂ ਸਾਰਿਆਂ ਨੇ ਅੱਖਾਂ ਨਾਲ ਤੱਕਿਆ, ਪ੍ਰੈਕਟੀਕਲ ਰੂਪ ਵਿੱਚ ਵੇਖਿਆ। ਅੱਗ ਦੂਰ ਲੱਗਦੀ ਆ ਤੇ ਤਿੰਨ ਪਿੰਡਾਂ ਦੇ ਲੋਕ ਇਕੱਠੇ ਹੋ ਕੇ ਉਸ ਅੱਗ ਨੂੰ ਬੁਝਾ ਰਹੇ ਨੇ। ਜਿੱਥੇ ਜੀਵਨ ਦੀ ਵਿਗੜੀ ਹੋਈ ਸ਼ੈਲੀ ਦੀ ਅੱਗ ਰਾਤ ਦਿਨ ਸਾਡੇ ਪਰਿਵਾਰਾਂ ਤੱਕ ਪਹੁੰਚੀ ਹੈ, ਇਹਨੂੰ ਬੁਝਾਉਣ ਵਾਸਤੇ ਕੋਈ ਵੀ ਨਹੀਂ ਤਿਆਰ। ਵਿਗੜੀ ਹੋਈ ਜੀਵਨ ਸ਼ੈਲੀ ਦੀ ਅੱਗ, ਕਰਮ ਕਾਂਡਾਂ ਦੀ ਅੱਗ, ਵਹਿਮਾਂ ਭਰਮਾਂ ਦੀ ਅੱਗ, ਝੂਠ ਫਰੇਬ ਠੱਗੀ ਚੋਰੀ ਤੇ ਰਿਸ਼ਵਤ ਖੋਰੀ ਦੀ ਅੱਗ, ਇਹਦੀਆਂ ਲਪਟਾਂ ਤੇ ਸਾਡੇ ਸਿਰ ਦੇ ਉੱਪਰ ਦੀ ਲੰਘਦੀਆਂ, ਸਾਨੂੰ ਪਤਾ ਵੀ ਨਹੀਂ ਲੱਗਦਾ। ਇਹਨੂੰ ਬੁਝਾਉਣ ਲਈ ਕੋਈ ਉਪਰਾਲਾ ਵੀ ਨਹੀਂ ਹੋ ਰਿਹਾ। ਇਹਨੂੰ ਖਤਮ ਕਰਨ ਦੇ ਲਈ
ਕੋਈ ਪ੍ਰਮਾਤਮਾ ਵਾਹਿਗੁਰੂ ਦੇ ਅੰਮ੍ਰਿਤ ਨਾਮ ਦੀ ਠੰਡੀ ਵਰਖਾ ਕਰ ਹੀ ਨਹੀਂ ਰਿਹਾ। ਤੇ ਜੇ ਇਸ ਠੰਡੀ ਵਰਖਾ ਨੂੰ ਅਸੀਂ ਨਾ ਮਾਣਿਆ, ਇਹ ਅੱਗ ਵੱਧਦੀ ਇੰਨੀ ਕੁ ਵੱਧ ਜਾਵੇਗੀ, ਸਮਾਜ ਦੀ ਰੂਪ ਰੇਖਾ ਬਦਲ ਕੇ ਰੱਖ ਦੇਗੀ। ਗੁਰੂ ਕੇ ਪਿਆਰਿਓ, ਭਗਤ ਫਰੀਦ ਸਾਹਿਬ ਜੀ ਨੇ ਜਿਹੜਾ ਬਚਨ ਕੀਤਾ, ਕਹਿੰਦੇ ਵੀ ਤੇਰਾ ਰੱਬ ਮਿੱਠਾ ਬੋਲਦਾ ਹੈ, ਤੂੰ ਆਪਣੇ ਜੀਵਨ ਵਿੱਚ ਸਭ ਤੋਂ ਪਹਿਲਾ ਗੁਣ ਮਿਠਾਸ ਵਾਲਾ ਪੈਦਾ ਕਰਨਾ ਹੈ। ਕੁਰਖਤ ਨਹੀਂ ਬੋਲਣਾ, ਕੌੜਾ ਨਹੀਂ ਬੋਲਣਾ, ਕਿਉਂਕਿ ਕੌੜਾ ਬੋਲ ਨਾ ਜਾਣੇ ਪੂਰਨ ਭਗਵਾਨੇ। ਨਾ ਉਹ ਪੂਰਨ ਭਗਵਾਨ ਕੌੜਾ ਬੋਲਦਾ ਹੈ ਤੇ ਨਾ ਹੀ ਉਹ ਜਾਣਦਾ ਹੈ ਬੋਲਣਾ। ਤੇ ਇਸ ਲਈ ਜਿਹਦੀ ਤੂੰ ਪੂਜਾ ਪ੍ਰਤਿਸ਼ਠਾ ਕਰਦਾ, ਜਿਹਨੂੰ ਤੂੰ ਬੰਦਗੀ ਦੇ ਰੂਪ ਵਿੱਚ ਧਿਆਉਣਾ, ਉਸ ਪਰਮਾਤਮਾ ਵਾਹਿਗੁਰੂ ਦਾ ਗੁਣ ਜੀਵਨ ਵਿੱਚ ਧਾਰਨ ਕਰ। ਫਰੀਦਾ ਸ਼ੱਕਰ, ਖੰਡ, ਨਿਵਾਤ, ਗੁੜ, ਮਾਖਿਓ, ਮਾਝਾ, ਦੁੱਧ ਤੇ ਨਾਲ ਆਖ ਦਿੱਤਾ ਸਭੇ ਵਸਤੂ ਮਿੱਠੀਆਂ। ਇਹ ਸਾਰੀਆਂ ਮਿੱਠੀਆਂ ਨੇ, ਆਪਣੀ ਥਾਂ ਤੇ ਮੁਬਾਰਕ ਨੇ, ਇਹਨਾਂ ਦੀ ਮਿਠਾਸ ਨੂੰ ਮੁਬਾਰਕ ਹੈ। ਇਹ ਜਿੰਨੀਆਂ ਕੁ ਮਿੱਠੀਆਂ ਨੇ ਨਾ, ਇਹਨਾਂ 'ਚ ਕੁੜੱਤਣ ਨਹੀਂ ਹੈ ਮਿੱਠੀਆਂ ਨੇ। ਪਰ ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁਧ। ਹੇ ਮੇਰੇ ਮਾਲਕ ਅਕਾਲ ਪੁਰਖ ਵਾਹਿਗੁਰੂ, ਤੇਰੇ ਗੁਣਾਂ ਦੀ ਜਿਹੜੀ ਮਿਠਾਸ ਹੈ ਨਾ, ਉਹਦੇ ਬਰਾਬਰ ਨਹੀਂ ਇਹ ਪਹੁੰਚ ਸਕਦੀਆਂ। ਇਹ ਜ਼ੁਬਾਨ ਨੂੰ ਮਿੱਠਿਆਂ ਕਰ ਸਕਦੀਆਂ, ਪਰ ਸੁਰਤ ਨੂੰ ਮਿੱਠਿਆ ਨਹੀਂ ਕਰ ਸਕਦੀਆਂ। ਸਾਡੀ ਜ਼ੁਬਾਨ ਤੇ ਰਸ ਦੇ ਸਕਦੀਆਂ, ਪਰ ਸੁਰਤ ਵਿੱਚ ਰਸ ਨਹੀਂ ਦੇ ਸਕਦੀਆਂ। ਜਿਹੜੀ ਸੁਰਤ ਵਿੱਚ ਮਿਠਾਸ ਆਉਣੀ ਹੈ, ਉਹ ਤੇਰੇ ਨਾਮ ਦੁਆਰਾ, ਤੇਰੇ ਗੁਣਾਂ ਦੁਆਰਾ, ਤੇਰੇ ਸ਼ਬਦ ਦੁਆਰਾ, ਤੇਰੇ ਗਿਆਨ ਦੁਆਰਾ, ਤੈਨੂੰ ਸਮਝ ਕੇ ਵਿਚਾਰ ਕੇ ਜੀਵਨ ਵਿੱਚ ਧਾਰਨ ਕਰਕੇ, ਔਰ ਹਰ ਥਾਂ ਤੇ ਤੈਨੂੰ ਵਸਦਾ ਹੋਇਆ ਮਹਿਸੂਸ ਕਰਕੇ ਜਿਹੜਾ ਰਸ ਆਉਣਾ, ਉਹ ਇਹਨਾਂ ਪਦਾਰਥਾਂ ਦੇ ਵਿੱਚੋਂ ਨਹੀਂ ਆ ਸਕਦਾ। ਸ਼ੇਖ ਫਰੀਦ ਸਾਹਿਬ ਜੀ ਨੇ ਅਕਾਲ ਪੁਰਖ ਵਾਹਿਗੁਰੂ ਦੇ ਗੁਣਾਂ ਦਾ ਵਰਣਨ ਕੀਤਾ। ਇੱਥੇ ਉਹਨਾਂ ਗੁਣਾਂ ਦੇ ਵਿੱਚੋਂ ਇੱਕ ਗੁਣ ਮਿਠਾਸ ਦਾ ਬਿਆਨ ਕੀਤਾ ਹੈ ਵੀ ਉਹਦਾ ਬੜਾ ਵੱਡਾ ਗੁਣ ਹੈ ਵੀ ਉਹ ਮਿਠਾਸ ਵਾਲਾ ਹੈ। ਐਸੀ ਮਿਠਾਸ ਅਸੀਂ ਜੀਵਨ ਵਿੱਚ ਭਰੀਏ, ਆਪਣੇ ਆਪ ਨੂੰ, ਅੰਤਰ ਆਤਮੇ ਨੂੰ ਸਵਾਰ ਕੇ ਆਪਣੇ ਜੀਵਨ ਦੀ ਸ਼ੈਲੀ ਨੂੰ ਸੁਧਾਰਨ ਦਾ ਯਤਨ ਕਰੀਏ। ਸਤਿਗੁਰੂ ਰਹਿਮਤ ਕਰਨ, ਸਭਨਾਂ ਨੂੰ ਗੁਰਸਿੱਖੀ ਦੀ ਦਾਤ ਤੇ ਚੜ੍ਹਦੀ ਕਲਾ ਵਾਲਾ ਜੀਵਨ ਪਾਤਸ਼ਾਹ ਬਖਸ਼ਿਸ਼ ਕਰਨ।